ਅੱਜ ਅਸੀਂ ਵੰਡ ਤੋਂ ਬਾਅਦ ਦੇ ਭਾਰਤ ਦੇ ਇਤਿਹਾਸ ਦੇ ਇੱਕ ਬਹੁਤ ਹੀ ਅਹਿਮ ਪਰ ਅਕਸਰ ਭੁਲਾ ਦਿੱਤੇ ਗਏ ਪਲ ਤੇ ਇੱਕ ਨਜ਼ਰ ਮਾਰਾਂਗੇ। ਇਹ ਕਹਾਣੀ ਹੈ ਕਿ ਕਿਵੇਂ ਸਿਆਸਤ ਵਿੱਚ ਬਣਿਆ ਇੱਕ ਗੱਠਜੋੜ ਦੇਖਦੇ ਹੀ ਦੇਖਦੇ ਇੱਕ ਵੱਡੇ ਟਕਰਾਅ ਵਿੱਚ ਬਦਲ ਗਿਆ। ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਆਖਰ ਹੋਇਆ ਕੀ ਸੀ। ਆਜ਼ਾਦੀ ਤੋਂ ਬਾਅਦ ਜਿਹੜਾ ਰਿਸ਼ਤਾ ਇੰਨੀ ਉਮੀਦ ਨਾਲ ਸ਼ੁਰੂ ਹੋਇਆ, ਉਹ 2 ਸਾਲ ਦੇ ਅੰਦਰ-ਅੰਦਰ ਹੀ ਕਿਉਂ ਟੁੱਟ ਗਿਆ? ਚਲੋ ਇਸ ਪੂਰੇ ਸਿਆਸੀ ਘਟਨਾਕ੍ਰਮ ਦੀਆਂ ਪਰਤਾਂ ਖੋਲ੍ਹਦੇ ਹਾਂ। ਇਸ ਸਾਰੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 19 ਫਰਵਰੀ 1949 ਤੋਂ, ਇੱਕ ਅਜਿਹੀ ਤਾਰੀਖ ਜਿਸ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਦੀ ਦਿਸ਼ਾ ਹੀ ਬਦਲ ਕੇ ਰੱਖ ਦੇਣੀ ਸੀ। ਅਤੇ ਇਸ ਸਭ ਦੇ ਕੇਂਦਰ ਵਿੱਚ ਸੀ ਇੱਕ ਬਹੁਤ ਹੀ ਨਾਟਕੀ ਘਟਨਾ, ਇੱਕ ਵੱਡੇ ਆਗੂ ਦੀ ਗ੍ਰਿਫਤਾਰੀ ਜਿਸ ਨੇ ਅੱਗ ਤੇ ਤੇਲ ਪਾਉਣ ਦਾ ਕੰਮ ਕੀਤਾ। ਤੇ ਦੇਖੋ ਵਿਡੰਬਨਾ, ਗ੍ਰਿਫਤਾਰੀ ਲਈ ਜਿਸ ਕਾਨੂੰਨ ਦਾ ਸਹਾਰਾ ਲਿਆ ਗਿਆ ਉਹ ਸੀ 1818 ਦਾ ਬੰਗਾਲ ਰੈਗੂਲੇਸ਼ਨ, ਯਾਨੀ ਅੰਗਰੇਜ਼ਾਂ ਦਾ ਬਣਾਇਆ ਹੋਇਆ ਕਾਨੂੰਨ। ਇੱਕ ਨਵੀਂ ਨਕੋਰ ਆਜ਼ਾਦ ਸਰਕਾਰ ਆਪਣੇ ਹੀ ਲੋਕਾਂ ਤੇ ਉਹੀ ਕਾਨੂੰਨ ਵਰਤ ਰਹੀ ਸੀ ਜਿਸ ਦੇ ਖਿਲਾਫ ਲੜ ਕੇ ਆਜ਼ਾਦੀ ਹਾਸਲ ਕੀਤੀ ਗਈ ਸੀ। ਇਹ ਕੋਈ ਐਵੇਂ ਜਿਵੇਂ ਦੀ ਗ੍ਰਿਫਤਾਰੀ ਨਹੀਂ ਸੀ, ਸਗੋਂ ਪੂਰੀ ਸੋਚ ਸਮਝ ਕੇ ਚੁੱਕਿਆ ਗਿਆ ਕਦਮ ਸੀ। ਅਕਾਲੀ ਦਲ ਦੇ ਸਭ ਤੋਂ ਵੱਡੇ ਆਗੂ ਮਾਸਟਰ ਤਾਰਾ ਸਿੰਘ ਦਿੱਲੀ ਵੱਲ ਜਾ ਰਹੇ ਸਨ ਤੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ। ਸਰਕਾਰ ਦਾ ਮਕਸਦ ਬਿਲਕੁਲ ਸਾਫ਼ ਸੀ, ਪੰਜਾਬੀ ਸੂਬੇ ਦੀ ਮੰਗ ਨੂੰ ਉੱਠਣ ਤੋਂ ਪਹਿਲਾਂ ਹੀ ਦਬਾ ਦਿੱਤਾ ਜਾਵੇ। ਪਰ ਸਵਾਲ ਇਹ ਹੈ ਕਿ ਸਰਕਾਰ ਨੇ ਇੰਨਾ ਸਖਤ ਕਦਮ ਚੁੱਕਿਆ ਹੀ ਕਿਉਂ? ਇਸ ਨੂੰ ਸਮਝਣ ਲਈ ਸਾਨੂੰ ਥੋੜਾ ਜਿਹਾ ਪਿੱਛੇ ਉਸ ਵੇਲੇ ਦੇ ਸਿਆਸੀ ਮਾਹੌਲ ਵਿੱਚ ਜਾਣਾ ਪਵੇਗਾ। ਦੇਖੋ, 1947 ਦੀ ਵੰਡ ਦੇ ਜ਼ਖਮ ਅਜੇ ਬਹੁਤ ਤਾਜ਼ੇ ਸਨ। ਦੇਸ਼ ਬਹੁਤ ਹੀ ਨਾਜ਼ੁਕ ਦੌਰ ਚੋਂ ਲੰਘ ਰਿਹਾ ਸੀ। ਸ਼ੁਰੂ ਵਿੱਚ ਤਾਂ ਅਕਾਲੀ ਦਲ ਤੇ ਕਾਂਗਰਸ ਨੇ ਮਿਲ ਕੇ ਚੱਲਣ ਦੀ ਕੋਸ਼ਿਸ਼ ਕੀਤੀ, ਪਰ 1949 ਆਂਦੇ ਸਰਕਾਰ ਨੂੰ ਇਹ ਡਰ ਸਤਾਉਣ ਲੱਗ ਪਿਆ ਕਿ ਭਾਸ਼ਾ ਦੇ ਨਾਂ ਤੇ ਇੱਕ ਹੋਰ ਵੰਡ ਦੇਸ਼ ਨੂੰ ਹੋਰ ਕਮਜ਼ੋਰ ਕਰ ਸਕਦੀ ਹੈ। ਤਾਂ ਸਰਕਾਰ ਲਈ, ਖਾਸ ਕਰਕੇ ਨਹਿਰੂ ਤੇ ਪਟੇਲ ਲਈ, ਦੇਸ਼ ਦੀ ਏਕਤਾ ਤੋਂ ਵੱਧ ਕੇ ਕੁਝ ਵੀ ਨਹੀਂ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਖੇਤਰੀ ਮੰਗ ਦੇਸ਼ ਦੀ ਅਖੰਡਤਾ ਲਈ ਸਿੱਧਾ ਖਤਰਾ ਹੈ। ਹੁਣ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਦੇ ਜਵਾਬ ਵਿੱਚ ਜੋ ਹੋਇਆ ਉਹ ਕੋਈ ਆਮ ਧਰਨਾ ਪ੍ਰਦਰਸ਼ਨ ਨਹੀਂ ਸੀ। ਨਹੀਂ, ਇਹ ਕੁਝ ਵੱਖਰਾ ਸੀ, ਕੁਝ ਬਹੁਤ ਹੀ ਸੋਚਿਆ ਸਮਝਿਆ। ਵੇਖੋ, ਇਹ ਸੜਕਾਂ ਤੇ ਨਾਅਰੇਬਾਜ਼ੀ ਜਾਂ ਰੌਲਾ ਰੱਪਾ ਨਹੀਂ ਸੀ, ਸਗੋਂ 4 ਅਪ੍ਰੈਲ ਨੂੰ ਕੌਮ ਦੇ ਸਭ ਤੋਂ ਪੜ੍ਹੇ ਲਿਖੇ ਲੋਕ ਜਿਵੇਂ ਵਕੀਲ, ਪ੍ਰੋਫੈਸਰ, ਲੇਖਕ, ਉਹ ਇਕੱਠੇ ਹੋਏ ਇੱਕ ਰਸਮੀ ਸਭਾ ਲਈ। ਇੱਕ ਸੰਕੇਤ ਸੀ ਕਿ ਇਹ ਲੜਾਈ ਸਿਰਫ ਜਜ਼ਬਾਤਾਂ ਦੀ ਨਹੀਂ, ਸਗੋਂ ਦਲੀਲ ਅਤੇ ਤਰਕ ਦੀ ਹੋਣ ਵਾਲੀ ਸੀ। ਅਤੇ ਇਸ ਮੀਟਿੰਗ ਵਿੱਚ ਜਿਹੜਾ ਮਤਾ ਪਾਸ ਹੋਇਆ ਉਸ ਵਿੱਚ ਬਹੁਤ ਸਖਤ ਸ਼ਬਦ ਵਰਤੇ ਗਏ। ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਇਹ ਕਾਰਵਾਈ ਗੈਰ ਲੋਕਤੰਤਰੀ ਹੈ, ਦਮਨਕਾਰੀ ਹੈ ਅਤੇ ਇੱਕ ਆਜ਼ਾਦ ਦੇਸ਼ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ। ਅਤੇ ਇਹੀ ਤਾਂ ਸਭ ਤੋਂ ਵੱਡਾ ਵਿਅੰਗ ਸੀ ਕਿ ਜਿਨ੍ਹਾਂ ਅੰਗਰੇਜ਼ਾਂ ਦੇ ਕਾਨੂੰਨਾਂ ਖਿਲਾਫ ਲੜ ਕੇ ਆਜ਼ਾਦੀ ਲਈ ਸੀ, ਹੁਣ ਉਹੀ ਕਾਨੂੰਨ, ਉਹੀ ਤਰੀਕੇ ਆਜ਼ਾਦ ਭਾਰਤ ਦੀ ਆਪਣੀ ਸਰਕਾਰ ਵਰਤ ਰਹੀ ਸੀ। ਚਲੋ ਹੁਣ ਇਸ ਮਸਲੇ ਦੀ ਜੜ ਤੱਕ ਚਲਦੇ ਹਾਂ। ਉਹ ਕਿਹੜੇ 3 ਖਾਸ ਮੁੱਦੇ ਸਨ ਜਿਨ੍ਹਾਂ ਕਰਕੇ ਇਹ ਸਾਰਾ ਟਕਰਾਅ ਖੜਾ ਹੋਇਆ? ਕੁੱਲ ਮਿਲਾ ਕੇ 3 ਵੱਡੀਆਂ ਦਲੀਲਾਂ ਸਨ ਜਿਨ੍ਹਾਂ ਨੇ ਇਸ ਪੂਰੇ ਵਿਵਾਦ ਨੂੰ ਜਨਮ ਦਿੱਤਾ। ਆਓ ਇੱਕ-ਇੱਕ ਕਰਕੇ ਇਹਨਾਂ ਨੂੰ ਸਮਝਦੇ ਹਾਂ। ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਮੁੱਦਾ ਸੀ ਪੰਜਾਬੀ ਸੂਬੇ ਦਾ। ਦਲੀਲ ਬੜੀ ਸਿੱਧੀ ਸੀ ਕਿ ਜੇ ਦੇਸ਼ ਵਿੱਚ ਬਾਕੀ ਸੂਬੇ ਭਾਸ਼ਾ ਦੇ ਆਧਾਰ ਤੇ ਬਣ ਸਕਦੇ ਨੇ ਤਾਂ ਪੰਜਾਬੀ ਬੋਲਣ ਵਾਲਿਆਂ ਦਾ ਆਪਣਾ ਸੂਬਾ ਕਿਉਂ ਨਹੀਂ? ਪਰ ਕੇਂਦਰ ਸਰਕਾਰ ਨੂੰ ਇਹ ਡਰ ਸੀ ਕਿ ਭਾਸ਼ਾ ਦੇ ਪਰਦੇ ਪਿੱਛੇ ਅਸਲ ਵਿੱਚ ਇੱਕ ਧਾਰਮਿਕ ਰਾਜ ਦੀ ਮੰਗ ਕੀਤੀ ਜਾ ਰਹੀ ਹੈ ਜੋ ਦੇਸ਼ ਦੀ ਏਕਤਾ ਲਈ ਖਤਰਨਾਕ ਹੋ ਸਕਦੀ ਹੈ। ਦੂਜਾ ਮੁੱਦਾ ਹੋਰ ਵੀ ਪੇਚੀਦਾ ਸੀ। ਦੇਖੋ, ਸੰਵਿਧਾਨ ਨੇ ਹਿੰਦੂ ਦਲਿਤਾਂ ਨੂੰ ਤਾਂ ਸਮਾਜਿਕ ਬਰਾਬਰੀ ਲਈ ਰਾਖਵਾਂਕਰਨ ਦੇ ਦਿੱਤਾ, ਪਰ ਸਿੱਖ ਦਲਿਤ ਭਾਈਚਾਰੇ ਨੂੰ ਇਸ ਤੋਂ ਬਾਹਰ ਰੱਖਿਆ ਗਿਆ। ਸਰਕਾਰ ਦੀ ਦਲੀਲ ਕਿ ਸਿੱਖ ਧਰਮ ਵਿੱਚ ਤਾਂ ਜਾਤ-ਪਾਤ ਹੈ ਹੀ ਨਹੀਂ, ਇਸ ਲਈ ਰਾਖਵਾਂਕਰਨ ਦੀ ਲੋੜ ਵੀ ਨਹੀਂ। ਉਸ ਵੇਲੇ ਦੇ ਸਿੱਖ ਬੁੱਧੀਜੀਵੀਆਂ ਨੇ ਇਸ ਨੂੰ 2-ਧਾਰੀ ਤਲਵਾਰ ਕਿਹਾ। ਉਹਨਾਂ ਨੂੰ ਡਰ ਸੀ, ਇੱਕ ਬਹੁਤ ਵੱਡਾ ਡਰ, ਕਿ ਇਸ ਨਾਲ ਗਰੀਬ ਸਿੱਖ ਪਰਿਵਾਰ ਆਪਣੇ ਬੱਚਿਆਂ ਦੇ ਭਵਿੱਖ ਲਈ ਸਰਕਾਰੀ ਲਾਭ ਲੈਣ ਵਾਸਤੇ ਧਰਮ ਬਦਲਣ ਤੇ ਮਜਬੂਰ ਹੋ ਜਾਣਗੇ। ਤੇ ਤੀਜਾ ਤੇ ਆਖਰੀ ਮੁੱਦਾ ਸੀ ਪਹਿਚਾਣ ਦਾ। ਸੰਵਿਧਾਨ ਦੇ ਆਰਟੀਕਲ 25 ਨੂੰ ਲੈ ਕੇ ਇਹ ਡਰ ਵੱਧ ਰਿਹਾ ਸੀ ਕਿ ਕਿਤੇ ਸਿੱਖਾਂ ਦੀ ਵੱਖਰੀ ਕਾਨੂੰਨੀ ਤੇ ਸੱਭਿਆਚਾਰਕ ਪਹਿਚਾਣ ਨੂੰ ਹੌਲੀ-ਹੌਲੀ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਨਾ ਬਣਾ ਦਿੱਤਾ ਜਾਵੇ। ਇੱਕ ਦਿਨ ਦੀ ਇਸ ਕਾਨਫਰੰਸ ਨੇ ਆਉਣ ਵਾਲੇ ਕਈ ਸਾਲਾਂ ਲਈ ਪੰਜਾਬ ਦੀ ਸਿਆਸਤ ਦੀ ਨੀਂਹ ਰੱਖ ਲਿੱਤੀ। ਇੱਥੋਂ ਇੱਕ ਨਵੇਂ ਅੰਦੋਲਨ ਦਾ ਜਨਮ ਹੋਇਆ। ਇਸ ਦਾ ਅਸਰ ਤੁਰੰਤ ਦੇਖਣ ਨੂੰ ਮਿਲਿਆ। ਪਹਿਲੀ ਗੱਲ, ਅਕਾਲੀ ਕਾਂਗਰਸ ਦਾ ਗੱਠਜੋੜ ਹਮੇਸ਼ਾ ਲਈ ਟੁੱਟ ਗਿਆ। ਦੂਜਾ, ਅਕਾਲੀ ਦਲ ਇੱਕ ਮਜ਼ਬੂਤ ਵਿਰੋਧੀ ਧਿਰ ਬਣ ਕੇ ਸਾਹਮਣੇ ਆਇਆ। ਅਤੇ ਸਭ ਤੋਂ ਅਹਿਮ ਗੱਲ, ਹੁਣ ਲੜਾਈ ਧਾਰਮਿਕ ਨਾਅਰਿਆਂ ਦੀ ਨਹੀਂ, ਸਗੋਂ ਸੰਵਿਧਾਨਿਕ ਹੱਕਾਂ ਦੀ ਬਣ ਗਈ।
ਜੋ ਬੀਜ 1949 ਵਿੱਚ ਬੀਜਿਆ ਗਿਆ ਸੀ, ਉਸ ਨੂੰ ਫਲ ਦੇਣ ਵਿੱਚ 17 ਸਾਲ ਲੱਗ ਗਏ। 50 ਅਤੇ 60 ਦੇ ਦਹਾਕੇ ਪੰਜਾਬੀ ਸੂਬਾ ਮੋਰਚੇ ਦੇ ਨਾਂ ਰਹੇ ਤੇ ਆਖਰਕਾਰ 1966 ਵਿੱਚ ਭਾਸ਼ਾ ਦੇ ਆਧਾਰ ਤੇ ਨਵੇਂ ਪੰਜਾਬ ਦਾ ਗਠਨ ਹੋਇਆ। ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਹੈ? ਸਾਨੂੰ ਇਸ ਇਤਿਹਾਸਕ ਘਟਨਾ ਤੋਂ ਕੀ ਸਮਝਣਾ ਚਾਹੀਦਾ ਹੈ? ਅਸਲ ਵਿੱਚ 1949 ਦਾ ਇਹ ਬੌਧਿਕ ਵਿਰੋਧ ਉਹ ਇਤਿਹਾਸਿਕ ਪਲ ਸੀ ਜਦੋਂ ਇੱਕ ਭਾਈਚਾਰੇ ਨੇ ਆਪਣੀਆਂ ਸਿਆਸੀ ਇੱਛਾਵਾਂ ਨੂੰ ਜਜ਼ਬਾਤਾਂ ਤੋਂ ਕੱਢ ਕੇ ਇੱਕ ਬਹੁਤ ਹੀ ਸਪਸ਼ਟ ਸੰਵਿਧਾਨਿਕ ਅਤੇ ਭਾਸ਼ਾਈ ਦਲੀਲ ਦਾ ਰੂਪ ਦਿੱਤਾ। ਅਤੇ ਇਹ ਘਟਨਾ ਅੱਜ ਵੀ ਇੱਕ ਬਹੁਤ ਵੱਡਾ ਸਵਾਲ ਸਾਡੇ ਸਾਹਮਣੇ ਰੱਖਦੀ ਹੈ ਕਿ ਕੋਈ ਵੀ ਦੇਸ਼ ਆਪਣੀ ਏਕਤਾ ਬਣਾਈ ਰੱਖਣ ਅਤੇ ਆਪਣੇ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਤੇ ਉਹਨਾਂ ਦੀ ਪਹਿਚਾਣ ਦਾ ਸਨਮਾਨ ਕਰਨ, ਇਹਨਾਂ ਦੋਹਾਂ ਵਿਚਾਲੇ ਸੰਤੁਲਨ ਕਿਵੇਂ ਕਾਇਮ ਕਰਦਾ ਹੈ? ਇਹ ਸਵਾਲ ਉਦੋਂ ਵੀ ਅਹਿਮ ਸੀ ਤੇ ਸ਼ਾਇਦ ਅੱਜ ਵੀ ਓਨਾ ਹੀ ਅਹਿਮ ਹੈ।